नमस्कार, खबरां दे इस बुलेटिन में तुहाडा स्वागत है। मैं हां रमाशंकर। पहला पेश ने चोणवीं खबरां। प्रधानमंत्री नरेंद्र मोदी ने देश विच कोविड की मौजूदा स्थिति बारे मुख मंत्रियों नाल कीती वर्चुअल मीटिंग। देश विच 15 तो 18 साल तक की उम्र के 3 करोड़ तो वध बच्चों को लग्या पहला कोविड रोकू टीका। लोहड़ी का त्यौहार खुशियां चावां ते उत्साह नाल मनाया जा रहा है। संघनी धुंध ते शीत लहर नाल जन जीवन प्रभावित। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਕੋਵਿਡ ਦੀ ਮੌਜੂਦਾ ਸਥਿਤੀ ਸੰਬੰਧੀ ਅੱਜ ਸ਼ਾਮ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਇੱਕ ਵਰਚੁਅਲ ਮੀਟਿੰਗ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਰੋਨਾ ਤੋਂ ਜੰਗ ਜ਼ਰੂਰ ਜਿੱਤਾਂਗੇ। ਉਹਨਾਂ ਕਿਹਾ ਕਿ ਕਰੋਨਾ ਵਾਇਰਸ ਨੂੰ ਜਿੰਨਾ ਅਸੀਂ ਸੀਮਤ ਰੱਖ ਪਾਵਾਂਗੇ, ਪਰੇਸ਼ਾਨੀ ਉਨੀ ਹੀ ਘੱਟ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਰੋਨਾ ਨਾਲ ਲੜਨ ਦਾ ਇੱਕੋ ਇੱਕ ਹਥਿਆਰ ਵੈਕਸੀਨ ਲਗਵਾਉਣਾ ਹੀ ਹੈ ਤੇ ਸਾਨੂੰ ਡਰ ਦੇ ਹਾਲਾਤ ਤੋਂ ਬਚਣਾ ਹੋਵੇਗਾ ਅਤੇ ਤਿਉਹਾਰਾਂ ਵਿੱਚ ਪ੍ਰਸ਼ਾਸਨ ਤੇ ਲੋਕਾਂ ਨੂੰ ਚੌਕਸ ਰਹਿਣਾ ਹੋਵੇਗਾ। ਉਹਨਾਂ ਕਿਹਾ ਕਿ ਟੀਕਾਕਰਨ ਵਧਾਉਣ ਲਈ ਹਰ ਘਰ ਦਸਤਕ ਮੁਹਿੰਮ ਨੂੰ ਹੋਰ तेज करना पवेगा। प्रधानमंत्री नरेंद्र मोदी ने टीकाकरण में हैल्थ केयर वर्करां वालों निभाई जा रही भूमिका की शलाघा की। प्रधानमंत्री मोदी ने कहा कि लोकल कंटेनमेंट ते फोकस करने वाल ध्यान देने के नाल ही टैसटिंग ਵਧਾਉਣੀ भी जरूरी है। प्रधानमंत्री ने कहा कि टैलीमैडिसन सहूलत का वध तो वध उपयोग किया जाना चाहिए है। उन्होंने सूबे में मौजूदा स्थिति में हर मदद का भरोसा दिवाया और कहा कि सेहत संबंधी बुनियादी ढांचे का लगातार विकास जरूरी है। प्रधानमंत्री मोदी ने कहा कि सारिਆਂ ਦਾ आपसी सहयोग कोरोना खिलाफ लड़ाई में देश ਨੂੰ एक ताकत देता रहेगा। उन्होंने कहा कि संकट कितना भी ਵੱਡਾ ਹੋਵੇ, रल मिल के इस हालात नाल सफलता नाल नजिठ लवांगे। केंद्रीय सेहत मंत्री मनसुख मांडविया ने कहा है कि राष्ट्रव्यापी टीकाकरण मुहिम तहत देश में हुण तक 15 तो 18 साल उम्र के 3 करोड़ तो वध बच्चों को पहला टीका लग चुका है। उन्होंने कहा कि देश के नौजवान अपनी जिम्मेवारी प्रति सुचेत और उत्साहित भी ने। उन्होंने सारे योग नौजवानों को छेती तो छेती टीका लगाने की अपील की है। इस दौरान राष्ट्रव्यापी कोविड टीकाकरण मुहिम तहत देश में हुण तक 154 करोड़ 61 लाख तो वध टीके लगाए जा चुके हैं। कल 76 लाख 32 हज़ार तो वध टीके लगाए गए। सेहत मंत्रालय मुताबक हुण तक कोरोना के नवे वेरिएंट ओमिक्रॉन के 5488 मामलों की पुष्टि हुई है। सेहतयाबी की दर इस वेले 95.59% है। मंत्रालय मुताबक सूबਿਆਂ ਤੇ केंद्र शासित प्रदेशों को हुण तक 157 करोड़ 36 लाख तो वध कोविड रोकू टीके मुफ्त उपलब्ध करवाए गए हैं। आज़ादी का अमृत महोत्सव ਨੂੰ समर्पित आज़ादी का सफ़र तहत ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪਰਮੰਨੇ ਅਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਮੋਹਰੀ ਕਬਾਇਲੀ ਸੁਤੰਤਰਤਾ ਸੈਨਾਨੀ ਤਿਲਕਾ ਮਾਂਝੀ ਅਤੇ ਸੈਨਾਪਤੀ ਇੱਕ ਸਮਾਜ ਸੁਧਾਰਕ ਅਤੇ ਸਸ਼ਕਤ ਲੇਖਕ ਫਕੀਰ ਮੋਹਨ ਬਾਰੇ ਜਾਣਕਾਰੀ ਦੇ ਰਹੇ ਹਾਂ। अठारह सौ 57 ਦੇ ਵਿਦਰੋਹ ਤੋਂ ਬਹੁਤ ਪਹਿਲਾਂ ਭਾਰਤ ਦੇ ਕਬਾਇਲੀ ਭਾਈਚਾਰਿਆਂ ਨੇ ਉਪਨਿਵੇਸ਼ਵਾਦੀਆਂ ਦਾ ਵਿਰੋਧ ਕਰਦੇ ਹੋਏ ਆਪਣੇ ਪ੍ਰਾਣਾਂ ਦਾ ਬਲੀਦਾਨ ਦਿੱਤਾ। ਤਿਲਕਾ ਮਾਂਝੀ ਉਹਨਾਂ ਮੋਹਰੀ ਕਬਾਇਲੀ ਸੁਤੰਤਰਤਾ ਸੈਨਾਨੀਆਂ ਵਿੱਚੋਂ ਇੱਕ ਸਨ। ਉਹ ਸਾਲ 1784 ਵਿੱਚ 13 ਜਨਵਰੀ ਨੂੰ ਸ਼ਹੀਦ ਹੋਏ ਸਨ। ਆਪਣੇ ਲੋਕਾਂ ਤੇ ਆਪਣੀ ਜ਼ਮੀਨ ਦੀ ਰਾਖੀ ਲਈ ਵਚਨਬੱਧ ਤਿਲਕਾ ਮਾਂਝੀ ਨੇ ਕਬਾਇਲੀਆਂ ਨੂੰ ਤੀਰ ਅੰਦਾਜ਼ੀ ਵਿੱਚ ਸਿੱਖਿਅਤ ਸੈਨਾ ਦੇ ਰੂਪ ਵਿੱਚ ਸੰਗਠਿਤ ਕੀਤਾ। ਸਾਲ 1770 ਵਿੱਚ ਸੰਥਾਲ ਖੇਤਰ ਵਿੱਚ ਭਾਰੀ ਕਾਲ ਪਿਆ। ਲੋਕ ਭੁੱਖ ਨਾਲ ਮਰਨ ਲੱਗੇ। ਤਿਲਕਾ ਨੇ ਈਸਟ ਇੰਡੀਆ ਕੰਪਨੀ ਦਾ ਖਜ਼ਾਨਾ ਲੁੱਟਿਆ ਤੇ ਇਸ ਨੂੰ ਗਰੀਬਾਂ ਵਿੱਚ ਵੰਡ ਦਿੱਤਾ। ਤਿਲਕਾ ਦੇ ਇਸ ਮਨੁੱਖੀ ਕੰਮ ਤੋਂ ਪ੍ਰੇਰਿਤ ਹੋ ਕੇ ਕਈ ਹੋਰ ਕਬਾਇਲੀ ਵੀ ਵਿਦਰੋਹ ਵਿੱਚ ਸ਼ਾਮਲ ਹੋ ਗਏ। ਇਸ ਦੇ ਨਾਲ ਹੀ ਸ਼ੁਰੂਆਤ ਹੋਈ ਉਹਨਾਂ ਦੇ ਸੰਥਾਲ ਹੂਲ ਯਾਨੀ ਸੰਥਾਲੀਆਂ ਦੇ ਵਿਦਰੋਹ ਦੀ। ਤਿਲਕਾ ਮਾਂਝੀ ਨੇ 1771 ਤੋਂ 1784 ਤੱਕ ਅੰਗਰੇਜ਼ਾਂ ਅਤੇ ਉਹਨਾਂ ਦੇ ਸਹਿਯੋਗੀਆਂ ਤੇ ਹਮਲੇ ਜਾਰੀ ਰੱਖੇ। से तेरे
सार जोमगीर साडे सिंगड़ सकवा। ਸਾਲ 1784 ਅੰਗਰੇਜ਼ਾਂ ਦੇ ਖਿਲਾਫ ਪਹਿਲੇ ਹਥਿਆਰਬੰਦ ਵਿਦਰੋਹ ਦਾ ਵਰ੍ਹਾ ਮੰਨਿਆ ਜਾਂਦਾ ਹੈ। ਤਿਲਕਾ ਮਾਂਝੀ ਨੇ ਈਸਟ ਇੰਡੀਆ ਕੰਪਨੀ ਦੇ ਪ੍ਰਸ਼ਾਸਕ ਆਗਸਟਸ ਕਲੀਵਲੈਂਡ ਤੇ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। तिलका ए तिलका मुई कित्र तो काय नाही झाला আর তেরি মেতামতে গিদ্রা মতাম দারে ভুরু করে দে জকানে আর আম্মানাটে খানে খানে পান্তে। ਅੰਗਰੇਜ਼ ਤਿਲਾਪੋਰ ਜੰਗਲ ਦੇ ਚਾਰੇ ਪਾਸੇ ਜਮ੍ਹਾਂ ਹੋ ਗਏ ਜਿੱਥੋਂ ਹਮਲਾ ਹੋਇਆ ਸੀ, ਪਰ ਤਿਲਕਾ ਤੇ ਉਹਨਾਂ ਦੇ ਸਾਥੀਆਂ ਨੇ ਕਈ ਹਫ਼ਤਿਆਂ ਤੱਕ ਅੰਗਰੇਜ਼ਾਂ ਨੂੰ ਰੋਕੀ ਰੱਖਿਆ। 1784 ਵਿੱਚ ਜਦੋਂ ਉਹ ਅੰਤ ਵਿੱਚ ਫੜੇ ਗਏ, ਉਹਨਾਂ ਨੂੰ ਇੱਕ ਘੋੜੇ ਦੀ ਪੂਛ ਨਾਲ ਬੰਨ੍ਹ ਦਿੱਤਾ ਗਿਆ ਤੇ ਪੂਰੇ ਰਸਤੇ ਘਸੀਟਦੇ ਹੋਏ ਪਾਗਲਪੁਰ ਕਲੈਕਟਰ ਦੀ ਰਿਹਾਇਸ਼ ਤੱਕ ਲਿਜਾਇਆ ਗਿਆ। ਉੱਥੇ ਪਹੁੰਚ ਕੇ ਉਹਨਾਂ ਦੇ ਬੁਰੀ ਤਰ੍ਹਾਂ ਜ਼ਖਮੀ ਸਰੀਰ ਨੂੰ ਬੋਹੜ ਦੇ ਦਰਖਤ ਨਾਲ ਲਟਕਾ ਦਿੱਤਾ ਗਿਆ। ਆਜ਼ਾਦੀ ਤੋਂ ਬਾਅਦ ਸਰਕਾਰ ਨੇ ਉਸੇ ਸਥਾਨ ਤੇ ਉਹਨਾਂ ਦਾ ਬੁੱਤ ਸਥਾਪਿਤ ਕੀਤਾ। ਪਾਗਲਪੁਰ ਯੂਨੀਵਰਸਿਟੀ ਦਾ ਨਾਂ ਵੀ ਉਹਨਾਂ ਦੇ ਨਾਂ ਤੇ ਰੱਖਿਆ ਗਿਆ। ਮਿੱਟੀ ਦੇ ਉਸ ਮਹਾਨ ਸਪੂਤ ਨੂੰ ਸਾਡਾ ਨਮਨ। ਦੂਜੇ ਐਂਗਲੋ ਸਿੱਖ ਯੁੱਧ ਦੌਰਾਨ 13 ਜਨਵਰੀ 1849 ਨੂੰ ਚਿਲਿਆਂਵਾਲਾ ਦੀ ਲੜਾਈ ਹੋਈ ਸੀ। ਸਿੱਖ ਫੌਜ ਦੀ ਅਗਵਾਈ ਸ਼ੇਰ ਸਿੰਘ ਕਰ ਰਹੇ ਸਨ, ਜਦਕਿ ਬਰਤਾਨਵੀ ਫੌਜ ਕਮਾਂਡਰ ਇਨ ਚੀਫ ਹਿਊਗ ਗਾਊਫ ਦੀ ਅਗਵਾਈ ਵਿੱਚ ਸਾਹਮਣੇ ਸੀ। ਸਿੱਖ ਸੈਨਿਕ ਗਿਣਤੀ ਵਿੱਚ ਘੱਟ ਸਨ, ਪਰ ਉਹਨਾਂ ਨੇ ਬਰਤਾਨਵੀ ਫੌਜ ਨੂੰ ਪਿੱਛੇ ਹਟਣ ਤੇ ਮਜਬੂਰ ਕਰ ਦਿੱਤਾ। ਹਥਿਆਰਾਂ ਤੇ ਸੈਨਿਕਾਂ ਨੇ ਨੁਕਸਾਨ ਦੇ ਨਾਲ ਅੰਗਰੇਜ਼ਾਂ ਦੀ ਹਾਰ ਬਰਤਾਨਵੀ ਫੌਜ ਦੇ ਮਨੋਬਲ ਤੇ ਇੱਕ ਚਪੇੜ ਸੀ। ਚਿਲਿਆਂਵਾਲਾ ਵਿੱਚ ਅੰਗਰੇਜ਼ਾਂ ਦੇ ਸਨਮਾਨ ਨੂੰ ਧੱਕਾ ਉਹਨਾਂ ਮੁੱਖ ਕਾਰਨਾਂ ਵਿੱਚੋਂ ਇੱਕ ਸੀ ਜਿਸ ਨੇ 9 ਸਾਲ ਬਾਅਦ 1857 ਦੇ ਵਿਦਰੋਹ ਨੂੰ ਜਨਮ ਦਿੱਤਾ। ਅੱਜ ਹੀ ਦੇ ਦਿਨ ਅਸੀਂ ਫਕੀਰ ਮੋਹਨ ਸੈਨਾਪਤੀ ਨੂੰ ਵੀ ਯਾਦ ਕਰਦੇ ਹਾਂ, ਜੋ ਆਧੁਨਿਕ ਓੜੀਆ ਸਾਹਿਤ ਦੇ ਜਨਕ ਵੀ ਮੰਨੇ ਜਾਂਦੇ ਨੇ। 13 ਜਨਵਰੀ 1843 ਨੂੰ ਜਨਮੇ ਫਕੀਰ ਮੋਹਨ ਸੈਨਾਪਤੀ ਇੱਕ ਸਮਾਜ ਸੁਧਾਰਕ ਤੇ ਸਸ਼ਕਤ ਲੇਖਕ ਸਨ, ਜਿਨ੍ਹਾਂ ਦੀਆਂ ਰਚਨਾਵਾਂ ਨੇ ਆਮ ਲੋਕਾਂ ਵਿੱਚ ਕੌਮੀਅਤ ਦਾ ਸੰਚਾਰ ਕੀਤਾ। जीवन जाऊअछि बही हसी कांदी कुळु कुळु कथा कही कही। ਸ਼੍ਰੀ ਸੈਨਾਪਤੀ ਨੇ ਸੰਸਕ੍ਰਿਤ ਤੋਂ ਰਾਮਾਇਣ, ਮਹਾਭਾਰਤ ਤੇ ਸ਼੍ਰੀਮਦ ਭਗਵਦ ਗੀਤਾ ਦਾ ਉੜੀਆ ਭਾਸ਼ਾ ਵਿੱਚ ਤਰਜਮਾ ਕੀਤਾ। ਸੈਨਾਪਤੀ ਨੇ ਕੌਮੀਅਤ ਤੇ ਭਾਸ਼ਾ ਨੂੰ ਇੱਕ ਦੂਜੇ ਨਾਲ ਪਰੋਇਆ, ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਭਾਸ਼ਾ ਦੇ ਨਾਲ ਹੀ ਕੌਮੀਅਤ ਨਿਰਧਾਰਿਤ ਹੁੰਦੀ ਹੈ। ਉਹਨਾਂ ਕਿਹਾ ਕਿ ਕੋਈ ਵੀ ਰਾਸ਼ਟਰ ਆਪਣੀ ਮਾਤ ਭਾਸ਼ਾ ਗੁਆ ਕੇ ਪ੍ਰਗਤੀ ਨਹੀਂ ਕਰ ਸਕਦਾ। ਉਹਨਾਂ ਦਾ ਮੰਨਣਾ ਸੀ ਕਿ ਕਿਸੇ ਰਾਸ਼ਟਰ ਦੀ ਭਾਸ਼ਾ ਤੇ ਸਾਹਿਤ ਦਾ ਵਿਕਾਸ ਉਸ ਦੀ ਪ੍ਰਗਤੀ ਦੀ ਮੁੱਢਲੀ ਸ਼ਰਤ ਹੈ। ਭਾਰਤੀ ਸਾਹਿਤ ਨੂੰ ਫਕੀਰ ਮੋਹਨ ਸੈਨਾਪਤੀ ਦਾ ਵੱਡਮੁੱਲਾ ਯੋਗਦਾਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਹੱਲਾਸ਼ੇਰੀ ਦਿੰਦਾ ਰਹੇਗਾ। काम क्रोध लोभ मोह कुंभीर भुजंग जतने लुचाउछंती निज निज अंग। ਬੀਜੇਪੀ ਪੰਜਾਬ ਯੁਵਾ ਮੋਰਚਾ ਦੇ ਮੀਤ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਅਤੇ ਹੋਰਨਾਂ ਆਗੂਆਂ ਨੇ ਪੰਜਾਬ ਸਰਕਾਰ ਤੇ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਪੂਰੀ ਤਰ੍ਹਾਂ ਨਾਕਾਮ ਰਹਿਣ ਦਾ ਦੋਸ਼ ਲਾਇਆ ਹੈ। ਜਲੰਧਰ ਵਿੱਚ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਕਿਹਾ ਕਿ ਸੂਬੇ ਵਿੱਚ ਗੈਂਗਵਾਰ ਦਾ ਰੁਝਾਨ ਅਤੇ ਨਸ਼ੀਲੀਆਂ ਵਸਤਾਂ ਦੀ ਤਸਕਰੀ ਦੇ ਮਾਮਲੇ ਵੱਧ ਰਹੇ ਨੇ। ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੀ ਦਸ਼ਾ ਤੇ ਦਿਸ਼ਾ ਵਿਗਾੜਨ ਵਿੱਚ ਸੂਬਾ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਨੇ ਸੂਬੇ ਵਿੱਚ ਆਪਣੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਲੋਕਾਂ ਦੀ ਰਾਏ ਜਾਣਨ ਲਈ ਇੱਕ ਟੈਲੀਫੋਨ ਨੰਬਰ ਜਾਰੀ ਕੀਤਾ ਹੈ। ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੋਹਾਲੀ ਵਿੱਚ ਅੱਜ ਦੱਸਿਆ ਕਿ ਇਸ ਟੈਲੀਫੋਨ ਨੰਬਰ ਤੇ ਲੋਕ 17 ਜਨਵਰੀ ਤੱਕ ਆਪਣੇ ਸੁਝਾਅ ਦੇ ਸਕਦੇ ਨੇ। ਉਹਨਾਂ ਕਿਹਾ ਕਿ ਇਸ ਮਗਰੋਂ ਮੁੱਖ ਮੰਤਰੀ ਦੇ ਨਾਂ ਬਾਰੇ ਫੈਸਲਾ ਕੀਤਾ ਜਾਵੇਗਾ।
40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਣ ਵਾਲਾ ਇਤਿਹਾਸਕ ਮਾਘੀ ਮੇਲਾ ਅੱਜ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਨਾਲ ਆਰੰਭ ਹੋ ਗਿਆ ਹੈ। ਦੇਸ਼ ਵਿਦੇਸ਼ ਤੋਂ ਸੰਗਤਾਂ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਨੇ। ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਖਿਲਾਫ ਆਖਰੀ ਜੰਗ ਇਸੇ ਅਸਥਾਨ ਤੇ ਖਿਦਰਾਨੇ ਦੀ ਢਾਬ ਤੇ ਲੜੀ ਸੀ, ਜਿਸ ਵਿੱਚ 40 ਮੁਕਤਿਆਂ ਅਤੇ ਮਾਈ ਭਾਗੋ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ। ਭਲਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਇਸੇ ਦਿਨ ਮਾਘੀ ਦਾ ਪਵਿੱਤਰ ਇਸ਼ਨਾਨ ਹੋਵੇਗਾ। 15 ਜਨਵਰੀ ਨੂੰ ਨਗਰ ਕੀਰਤਨ ਉਪਰੰਤ ਮਾਘੀ ਮੇਲੇ ਦੀ ਰਸਮੀ ਸਮਾਪਤੀ ਹੋਵੇਗੀ। ਪੰਜਾਬ ਵਿੱਚ ਲੋਹੜੀ ਦਾ ਤਿਉਹਾਰ ਅੱਜ ਖੁਸ਼ੀਆਂ, ਚਾਵਾਂ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਸਰਦੀਆਂ ਦੀਆਂ ਲੰਬੀਆਂ ਰਾਤਾਂ ਦੇ ਅੰਤ ਅਤੇ ਗਰਮੀ ਦੇ ਲੰਬੇ ਦਿਨਾਂ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਮੌਕਾ ਜਦੋਂ ਖੁਸ਼ੀਆਂ, ਚਾਵਾਂ ਤੇ ਉਮੰਗਾਂ ਦੇ ਤਿਉਹਾਰ ਲੋਹੜੀ ਦਾ ਹੋਵੇ ਤਾਂ ਲੋਕਾਂ ਦਾ ਗੀਤ ਸੰਗੀਤ ਦੀ ਧੁਨ ਤੇ ਨੱਚਣਾ ਲਾਜ਼ਮੀ ਹੈ ਅਤੇ ਲੋਹੜੀ ਦੇ ਮੌਕੇ ਤੇ ਜਲੰਧਰ ਸਮੇਤ ਪੰਜਾਬ ਵਿੱਚ ਵੱਖ-ਵੱਖ ਥਾਈਂ ਅਜਿਹਾ ਹੀ ਦੇਖਣ ਨੂੰ ਮਿਲਿਆ। ਸ਼ਾਮ ਪੈਂਦੇ ਹੀ ਲੋਕਾਂ ਨੇ ਨੱਚਣਾ ਤੇ ਗਾਉਣਾ ਸ਼ੁਰੂ ਕਰ ਦਿੱਤਾ। ਆਪਣੇ ਘਰਾਂ ਵਿੱਚ ਅੱਗ ਬਾਲ ਕੇ ਅਗਨੀ ਮਾਤਾ ਦੀ ਪੂਜਾ ਕੀਤੀ ਅਤੇ ਇਸ ਵਿੱਚ ਤਿਲ, ਗੁੜ, ਗੱਚਕ, ਰੇਵੜੀਆਂ ਅਤੇ ਮੂੰਗਫਲੀ ਅਰਪਿਤ ਕੀਤੇ। ਪਹਿਲਾਂ ਇਹ ਤਿਉਹਾਰ ਸਿਰਫ ਮੁੰਡੇ ਹੋਣ ਦੀ ਖੁਸ਼ੀ ਵਿੱਚ ਹੀ ਮਨਾਇਆ ਜਾਂਦਾ ਸੀ, ਪਰ ਬਦਲਦੇ ਸਮੇਂ ਦੇ ਨਾਲ ਹੁਣ ਕੁੜੀਆਂ ਦੀ ਲੋਹੜੀ ਮਨਾਉਣ ਦੀ ਰਵਾਇਤ ਵੀ ਚੱਲ ਪਈ। ਇਸ ਤਿਉਹਾਰ ਨੂੰ ਲੈ ਕੇ ਬੱਚੇ ਖਾਸ ਤੌਰ ਤੇ ਉਤਸ਼ਾਹਿਤ ਦਿਖਾਈ ਦਿੱਤੇ। ਜਿਨ੍ਹਾਂ ਭੈਣਾਂ ਦੇ ਭਰਾਵਾਂ ਦੇ ਵਿਆਹ ਹੋਏ ਹੁੰਦੇ ਆ, ਉਹਨਾਂ ਦੀ ਖੁਸ਼ੀ ਵਿੱਚ ਲੋਹੜੀ ਪਾਈ ਜਾਂਦੀ ਹੈ। ਮੁੰਡੇ ਕੁੜੀਆਂ 'ਚ ਕੋਈ ਫਰਕ ਨਹੀਂ, ਦੋਨਾਂ ਦੀ ਲੋਹੜੀ ਪਾਈ ਜਾਂਦੀ ਹੈ। ਬੜੀ ਖੁਸ਼ੀ ਨਾਲ ਲੋਹੜੀ ਮਨਾ ਰਹੇ ਨੇ। ਮੇਰਾ ਸਿਰਫ ਲੋਹੜੀ ਤੇ ਇਹੀ ਸੰਦੇਸ਼ ਆ ਸਾਰਿਆਂ ਨੂੰ ਕਿ ਕੁੜੀਆਂ ਮੁੰਡਿਆਂ ਵਿੱਚ ਫਰਕ ਨਾ ਕਰਨ ਤੇ ਜਿੱਦਾਂ ਹਰ ਸਾਲ ਮੁੰਡਿਆਂ ਦੀ ਲੋਹੜੀ ਮਨਾਉਂਦੇ ਆ, ਉਦੀ ਕੁੜੀਆਂ ਦੀ ਲੋਹੜੀ ਮਨਾਉਣ। ਲੋਹੜੀ ਮੌਕੇ ਦੁੱਲਾ ਭੱਟੀ ਦੀ ਕਹਾਣੀ ਨੂੰ ਖਾਸ ਤੌਰ ਤੇ ਸੁਣਿਆ ਜਾਂਦਾ ਹੈ। ਦੁੱਲਾ ਭੱਟੀ ਮੁਗਲ ਰਾਜ ਵੇਲੇ ਔਰਤਾਂ ਤੇ ਕੀਤੇ ਜਾਣ ਵਾਲੇ ਤਸ਼ੱਦਦ ਤੋਂ ਔਰਤਾਂ ਨੂੰ ਬਚਾਉਣ ਲਈ ਅਤੇ ਗਰੀਬਾਂ ਵਿੱਚ ਦਾਨ ਪੁੰਨ ਕਰਨ ਲਈ ਅੱਜ ਵੀ ਇੱਕ ਹੀਰੋ ਵਾਂਗ ਯਾਦ ਕੀਤਾ ਜਾਂਦਾ ਹੈ। ਕਹਾਣੀ ਮੁਤਾਬਕ ਜਿਨ੍ਹਾਂ ਔਰਤਾਂ ਨੂੰ ਦੁੱਲਾ ਭੱਟੀ ਨੇ ਬਚਾਇਆ, ਉਹਨਾਂ ਵਿੱਚੋਂ 2 ਸੁੰਦਰੀ ਅਤੇ ਮੁੰਦਰੀ ਸਨ, ਜਿਹੜੀਆਂ ਬਾਅਦ ਵਿੱਚ ਹੌਲੀ-ਹੌਲੀ ਪੰਜਾਬ ਦੀਆਂ ਲੋਕ ਕਥਾਵਾਂ ਦਾ ਹਿੱਸਾ ਬਣ ਗਈਆਂ। ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ, ਦੁੱਲਾ ਭੱਟੀ ਵਾਲਾ ਦੁੱਲੇ ਦੀ ਧੀ ਵਿਆਈ, ਸ਼ੇਰ ਸ਼ੱਕਰ ਆਈ ਕੁੜੀ ਦੇ ਗੋਜੇ ਪਾਈ, ਕੁੜੀ ਦਾ ਲਾਲ ਪਟਾਕਾ, ਕੁੜੀ ਦਾ ਸ਼ਾਲੂ ਪਾਟਾ, ਸਾਲੂ ਕੌਣ ਸਮੇਟੇ, ਚਾਚਾ ਗਾਲੀ ਦੇਸੇ, ਚਾਚੇ ਚੂਰੀ ਕੁੱਟੀ, ਉਹ ਜ਼ਿਮੀਦਾਰਾਂ ਲੁੱਟੀ, ਜ਼ਿਮੀਦਾਰ ਸਦਾਓ, ਗਿਣ ਗਿਣ ਪੌਲੇ ਲਾਓ। ਇੱਕ ਪੌਲਾ ਕੱਸ ਗਿਆ ਜੱਟ ਵੋਟੀ ਲੈ ਕੇ ਨੱਸ ਗਿਆ, ਇੱਕ ਪੌਲਾ ਕੱਸ ਗਿਆ ਜੱਟ ਵੋਟੀ ਲੈ ਕੇ ਨੱਸ ਗਿਆ। ਰੂਪਲਾਲ ਮਾਹੀ ਦੇ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ, ਦੂਰਦਰਸ਼ਨ ਸਮਾਚਾਰ, ਜਲੰਧਰ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਲੋਹੜੀ ਦੇ ਮੌਕੇ ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਉਹਨਾਂ ਆਪਸੀ ਭਾਈਚਾਰੇ ਅਤੇ ਜੀਵਨ ਵਿੱਚ ਖੁਸ਼ਹਾਲੀ ਦੀ ਕਾਮਨਾ ਕੀਤੀ ਹੈ। ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਆਪਣੇ ਟਵੀਟ ਸੁਨੇਹੇ ਵਿੱਚ ਕਿਹਾ ਕਿ ਇਹ ਤਿਉਹਾਰ ਸਾਰੇ ਅੜਿੱਕਿਆਂ ਤੇ ਨਾਪੱਖੀ ਮਾਹੌਲ ਨੂੰ ਦੂਰ ਕਰੇਗਾ ਤੇ ਸਾਡੇ ਜੀਵਨ ਵਿੱਚ ਸੁੱਖ ਤੇ ਖੁਸ਼ਹਾਲੀ ਲੈ ਕੇ ਆਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਹੜੀ ਮੌਕੇ ਲੋਕਾਂ ਨੂੰ ਵਧਾਈ ਦਿੱਤੀ ਹੈ। ਆਪਣੇ ਟਵੀਟ ਵਿੱਚ ਉਹਨਾਂ ਨੇ ਸਾਰਿਆਂ ਦੀ ਚੰਗੀ ਸਿਹਤ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਭਾਰਤੀ ਸੂਚਨਾ ਸੇਵਾ ਦੇ ਸੀਨੀਅਰ ਅਧਿਕਾਰੀ ਰਜਿੰਦਰ ਚੌਧਰੀ ਨੇ ਅੱਜ PIB ਚੰਡੀਗੜ੍ਹ ਵਿਖੇ ਐਡੀਸ਼ਨਲ ਡਾਇਰੈਕਟਰ ਜਨਰਲ ਰੀਜਨ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਉਹ ਖੇਤਰ ਲਈ ਐਡੀਸ਼ਨਲ ਪ੍ਰੈਸ ਰਜਿਸਟਰਾਰ ਦਾ ਕੰਮ ਦੇਖਣ ਦੇ ਨਾਲ-ਨਾਲ PIB ਸ੍ਰੀਨਗਰ ਦਾ ਵਧੀਕ ਕੰਮਕਾਜ ਵੀ ਦੇਖਣਗੇ। ਰਜਿੰਦਰ ਚੌਧਰੀ ਨੂੰ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਵੱਖ-ਵੱਖ ਮੀਡੀਆ ਯੂਨਿਟਾਂ ਵਿੱਚ ਪ੍ਰਚਾਰ ਅਤੇ ਮੀਡੀਆ ਤਾਲਮੇਲ ਦਾ ਕੰਮ ਸੰਭਾਲਣ ਦਾ 2 ਦਹਾਕਿਆਂ ਤੋਂ ਵੱਧ ਦਾ ਤਜਰਬਾ ਹੈ। ਰਜਿੰਦਰ ਚੌਧਰੀ DD ਨਿਊਜ਼ ਨਵੀਂ ਦਿੱਲੀ ਅਤੇ RNU ਭੋਪਾਲ ਵਿੱਚ ਵੀ ਅਹਿਮ ਜ਼ਿੰਮੇਵਾਰੀਆਂ ਨਿਭਾ ਚੁੱਕੇ ਨੇ। PIB ਚੰਡੀਗੜ੍ਹ ਆਉਣ ਤੋਂ ਪਹਿਲਾਂ ਉਹ PIB ਭੁਵਨੇਸ਼ਵਰ ਵਿੱਚ ਤਾਇਨਾਤ ਸਨ। ਭਾਰਤੀ ਜੀਵਨ ਬੀਮਾ ਨਿਗਮ ਜਲੰਧਰ ਵੱਲੋਂ ਪੈਰਾ ਓਲੰਪਿਕਸ ਟੋਕੀਓ 2020 ਦੇ ਚੌਥੇ ਨੰਬਰ ਦੀ ਭਾਰਤੀ ਬੈਡਮਿੰਟਨ ਜੇਤੂ ਪਲਕ ਕੋਹਲੀ ਦਾ ਅੱਜ ਸਨਮਾਨ ਕੀਤਾ ਗਿਆ। ਉਹਨਾਂ ਦੀ ਰਿਹਾਇਸ਼ ਤੇ ਹੋਏ ਇੱਕ ਸਮਾਗਮ ਦੌਰਾਨ ਸੀਨੀਅਰ ਡਿਵੀਜ਼ਨਲ ਮੈਨੇਜਰ ਕਪੂਰ ਸਿੰਘ ਨੇ ਉਹਨਾਂ ਨੂੰ 10 ਲੱਖ ਰੁਪਏ ਦਾ ਇਨਾਮ ਅਤੇ ਸ਼ਾਲ ਭੇਂਟ ਕੀਤੇ। ਉਹਨਾਂ ਕਿਹਾ ਕਿ ਨਿਗਮ ਵੱਲੋਂ ਦੇਸ਼ ਭਰ ਵਿੱਚ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕਪੂਰ ਸਿੰਘ ਨੇ ਪਲਕ ਕੋਹਲੀ ਨੂੰ ਉਹਨਾਂ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਸ ਪ੍ਰਗਟਾਈ ਕਿ ਇਹ ਨੌਜਵਾਨ ਖਿਡਾਰਨ ਹੋਰਨਾਂ ਨੂੰ ਵੀ ਪ੍ਰੇਰਿਤ ਕਰੇਗੀ। ਸਮੁੱਚੇ ਪੰਜਾਬ ਵਿੱਚ ਸੀਤ ਲਹਿਰ ਆਪਣੇ ਪੂਰੇ ਜੋਬਨ ਤੇ ਹੈ। ਇਸ ਠੰਡ ਨੇ ਸਮਾਜ ਦੇ ਹਰ ਵਰਗ ਨੂੰ ਪਰੇਸ਼ਾਨ ਕਰ ਦਿੱਤਾ ਹੈ ਅਤੇ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਅੱਜ ਸਵੇਰੇ ਸਮੁੱਚੇ ਰਾਜ ਵਿੱਚ ਲੋਕਾਂ ਨੂੰ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪਿਆ।
ਧੁੰਦ ਵਾਲੇ ਮੌਸਮ ਨਾਲ ਸੜਕ, ਰੇਲ ਅਤੇ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਸਵੇਰੇ ਧੁੰਦ ਇੰਨੀ ਸੰਘਣੀ ਸੀ ਕਿ 50 ਮੀਟਰ ਤੋਂ ਵੱਧ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ। ਹਾਲਾਂਕਿ ਮਗਰੋਂ ਦਿਨ ਚੜ੍ਹਨ ਨਾਲ ਇਸ ਵਿੱਚ ਕੁਝ ਸੁਧਾਰ ਹੋਇਆ। ਸੂਬੇ ਵਿੱਚ ਸਭ ਤੋਂ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਗੁਰਦਾਸਪੁਰ ਵਿਖੇ ਰਿਕਾਰਡ ਕੀਤਾ ਗਿਆ। ਕੜਾਕੇ ਦੀ ਇਸ ਠੰਡ ਤੋਂ ਬਚਣ ਲਈ ਲੋਕ ਅੱਗ ਦਾ ਸਹਾਰਾ ਲੈ ਰਹੇ ਨੇ। ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਵਿੱਚ ਅਜਿਹਾ ਮੌਸਮ ਹੀ ਬਣੇ ਰਹਿਣ ਦੀ ਗੱਲ ਆਖਦਿਆਂ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਚੇਤਾਵਨੀ ਦਿੱਤੀ ਹੈ। ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ RNU-DDK ਜਲੰਧਰ ਦੇ YouTube ਚੈਨਲ, Facebook ਪੇਜ ਅਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ। ਤੇ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਮੈਂ ਮਾਸਕ ਲਗਾ ਕੇ ਸਟੂਡੀਓ ਤੋਂ ਬਾਹਰ ਜਾ ਰਿਹਾ ਹਾਂ। ਬਾਹਰ ਜਾਣ ਲੱਗੇ ਤੁਸੀਂ ਵੀ ਮਾਸਕ ਦਾ ਇਸਤੇਮਾਲ ਕਰੋ। ਇਜਾਜ਼ਤ ਦਿਓ, ਨਮਸਕਾਰ।